ਹੈਲੋ ਗਾਇਸ, ਦਿਸ ਇਜ਼ ਦੀਪਕ ਬਾਂਸਲ 올ਡ ਸਕੂਲ ਐਜੂਕੇਸ਼ਨ ਦੇ ਇਸ YouTube ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਆਪਾਂ PSPCL ਕਲਰਕ ਦੇ ਰਿਲੇਟਡ ਜੋ ਐਗਜ਼ਾਮ ਦੇ ਵਿੱਚ ਸਿਲੇਬਸ ਪੁੱਛਿਆ ਜਾਂਦਾ ਉਸ ਦਾ ਅੱਜ ਆਪਾਂ ਡਿਟੇਲ ਐਨਾਲਿਸਿਸ ਕਰਾਂਗੇ। ਦੇਖਾਂਗੇ ਕਿ ਕਿਸ ਸਬਜੈਕਟ ਦੇ ਵਿੱਚੋਂ ਕਿਸ ਤਰੀਕੇ ਦੇ ਕੁਐਸਚਨ ਪੁੱਛੇ ਜਾਂਦੇ ਨੇ, ਕਿਸ ਟੌਪਿਕ ਦੇ ਵਿੱਚੋਂ ਕਿਸ ਤਰੀਕੇ ਦੇ ਕੁਐਸਚਨ ਪੁੱਛੇ ਜਾਂਦੇ ਨੇ। ਅੱਜ ਆਪਾਂ ਸਬਜੈਕਟ ਵਾਈਜ਼ ਉਸ ਦਾ ਪੂਰਾ ਐਨਾਲਿਸਿਸ ਕਰਾਂਗੇ ਤੇ ਹੁਣ ਆਪਾਂ ਸ਼ੁਰੂ ਕਰਦੇ ਹਾਂ। ਓਕੇ, ਜਦੋਂ ਆਪਾਂ PSPCL ਦੀ ऑफिशियल ਵੈਬਸਾਈਟ ਤੇ ਜਾ ਕੇ ਉਹਨਾਂ ਦਾ ਨੋਟੀਫਿਕੇਸ਼ਨ ਡਾਊਨਲੋਡ ਕਰਦੇ ਹਾਂ ਤਾਂ ਉੱਥੇ ਆਪਾਂ ਨੂੰ ਕੋਈ ਵੀ ਸਿਲੇਬਸ ਦੇਖਣ ਨੂੰ ਨਹੀਂ ਮਿਲਦਾ। ਉੱਥੇ ਇਹਨਾਂ ਨੇ ਸਬਜੈਕਟ ਵਾਈਜ਼ ਮਾਰਕਸ ਡਿਸਟ੍ਰੀਬਿਊਟ ਕੀਤੇ ਹੋਏ ਨੇ ਕਿ ਕਿਸ ਸਬਜੈਕਟ ਦੇ ਵਿੱਚੋਂ ਕਿੰਨੇ ਮਾਰਕਸ ਦੇ ਕੁਐਸਚਨ ਪੁੱਛੇ ਜਾਣਗੇ। ਠੀਕ ਹੈ, ਤੇ ਕਲਰਕ ਦੇ ਵਿੱਚੋਂ ਸਟੈਟਿਕ, ਕਰੰਟ ਅਫੇਅਰ ਤੇ ਜਰਨਲ ਨੌਲੇਜ ਦੇ ਵਿੱਚੋਂ 20 ਮਾਰਕਸ ਦੇ ਕੁਐਸਚਨ ਪੁੱਛੇ ਜਾਣਗੇ। ਬੇਸਿਕ ਕੰਪਿਊਟਰ ਨੌਲੇਜ ਦੇ ਵਿੱਚੋਂ 10 ਨੰਬਰ ਦੇ, ਲੌਜੀਕਲ ਰੀਜ਼ਨਿੰਗ ਕੁਆਂਟੀਟੇਟਿਵ ਐਪਟੀਟਿਊਡ ਤੋਂ 25 ਨੰਬਰ ਦੇ, ਨੂਮੈਰੀਕਲ ਐਪਟੀਟਿਊਡ ਤੋਂ 25 ਮਾਰਕਸ ਦੇ, ਜਰਨਲ ਇੰਗਲਿਸ਼ ਤੋਂ 20 ਮਾਰਕਸ ਦੇ ਕੁਐਸਚਨ ਪੁੱਛੇ ਜਾਂਦੇ ਨੇ। ਟੋਟਲ ਆਪਣੇ ਕੋਲ 100 ਕੁਐਸਚਨਸ ਪੁੱਛੇ ਜਾਣਗੇ। ਠੀਕ ਹੈ, ਇਹ ਆਪਾਂ ਨੂੰ ਇੱਕ ਆਈਡੀਆ ਦਿੱਤਾ ਉਹਨਾਂ ਨੇ ਆਪਣੇ ਸਬਜੈਕਟ ਵਾਈਜ਼। ਲੇਕਿਨ ਜੇ ਆਪਾਂ ਡਿਟੇਲ ਦੇ ਵਿੱਚ ਆਪਾਂ ਦੇਖਨੇ ਕਿ ਕਿਸ ਤਰੀਕੇ ਦੇ ਕੁਐਸਚਨ ਪੁੱਛੇ ਜਾਂਦੇ ਨੇ, ਸਿਲੇਬਸ ਦੇਖਦੇ ਹਾਂ ਆਪਾਂ। ਓਕੇ, ਹੁਣ ਆਪਾਂ ਦੇਖਦੇ ਹਾਂ ਸਟੈਟਿਕ, ਕਰੰਟ ਅਫੇਅਰ ਤੇ ਜਰਨਲ ਨੌਲੇਜ ਦਾ ਸਿਲੇਬਸ। ਹੁਣ ਤੁਹਾਡੇ ਮਾਈਂਡ ਦੇ ਵਿੱਚ ਇੱਕ ਡਾਊਟ ਆਉਣਾ ਚਾਹੀਦਾ ਹੈ ਕਿ ਜਦ ਆਫੀਸ਼ੀਅਲ ਨੋਟੀਫਿਕੇਸ਼ਨ ਤੇ ਕੋਈ ਸਿਲੇਬਸ ਮੈਂਸ਼ਨ ਹੀ ਨਹੀਂ ਕੀਤਾ ਹੋਇਆ ਤਾਂ ਤੁਹਾਨੂੰ ਕਿਵੇਂ ਪਤਾ ਚੱਲਿਆ ਕਿ ਇਸ ਤਰੀਕੇ ਦਾ ਸਿਲੇਬਸ ਪੁੱਛਿਆ ਜਾਊਗਾ। ਦੇਖੋ, ਮੈंने ਕੀ ਕੀਤਾ, ਮੈंने 2018, 2019 ਤੇ 2020 ਦਾ ਆਪਾਂ ਨੂੰ ਪਤਾ ਜਨਵਰੀ ਦੇ ਵਿੱਚ ਆਪਣੇ ਪੇਪਰ ਹੋਏ ਸੀਗੇ। ਠੀਕ ਹੈ, 2018, 2019 ਤੇ 2020 ਦੇ ਜੋ ਪ੍ਰੀਵੀਅਸ ਈਅਰ ਕੁਐਸਚਨ ਪੇਪਰ ਸੀ ਉਹਨਾਂ ਨੂੰ ਮੈंने ਡਿਟੇਲ ਦੇ ਵਿੱਚ ਐਨਾਲਾਈਜ਼ ਕੀਤਾ ਤੇ ਉੱਥੋਂ ਇਹ ਮੈंने ਸਿਲੇਬਸ ਬਣਾਇਆ। ਠੀਕ ਹੈ, ਜੋ ਜ਼ਿਆਦਾ ਤੋਂ ਜ਼ਿਆਦਾ ਕੁਐਸਚਨ ਪੁੱਛੇ ਜਾਂਦੇ ਸੀ ਉਸ ਟੌਪਿਕ ਨੂੰ ਮੈंने ਇੱਥੇ ਐਡ ਕਰਿਆ। ਜਿਵੇਂ ਕਿ ਜੇ ਆਪਾਂ ਸਟੈਟਿਕ, ਕਰੰਟ ਅਫੇਅਰ, ਜਰਨਲ ਨੌਲੇਜ ਦੀ ਗੱਲ ਕਰੀਏ ਜਿਸ ਦੇ ਵਿੱਚੋਂ 20 ਮਾਰਕਸ ਦੇ ਕੁਐਸਚਨ ਪੁੱਛੇ ਜਾਣੇ ਨੇ, ਉਸ ਦੇ ਵਿੱਚੋਂ ਮੈਜੋਰਿਟੀ ਆਫ ਜਿਹੜੇ ਕੁਐਸਚਨ ਸੀ ਉਹ ਆਪਣੇ ਸਟੈਟਿਕ ਜੀਕੇ ਤੋਂ ਪੁੱਛੇ ਗਏ ਸੀਗੇ ਤੇ ਉਸ ਤੋਂ ਬਾਅਦ ਜੋ ਕੁਐਸਚਨ ਪੁੱਛੇ ਗਏ ਸੀ ਉਹ ਆਪਣੇ ਕਰੰਟ ਅਫੇਅਰ ਤੋਂ ਕੁਐਸਚਨ ਪੁੱਛੇ ਗਏ ਨੇ ਤੇ ਉਸ ਤੋਂ ਬਾਅਦ ਇਹਨਾਂ ਨੇ ਜਰਨਲ ਨੌਲੇਜ ਤੋਂ ਪੁੱਛੇ ਨੇ। ਤਾਂ ਸਭ ਤੋਂ ਪਹਿਲਾਂ ਜੋ ਆਪਣਾ ਮੇਨ ਫੋਕਸ ਹੋਣਾ ਚਾਹੀਦਾ ਹੈ ਤਾਂ ਆਪਣਾ ਸਟੈਟਿਕ ਜੀਕੇ ਤੇ ਹੋਣਾ ਚਾਹੀਦਾ ਤੇ ਉਸ ਤੋਂ ਬਾਅਦ ਆਪਣਾ ਕਰੰਟ ਅਫੇਅਰਸ ਤੇ ਹੋਣਾ ਚਾਹੀਦਾ। ਹੁਣ ਸਟੈਟਿਕ ਜੀਕੇ ਦੇ ਵਿੱਚੋਂ ਜੋ ਮੇਨਲੀ ਕੁਐਸਚਨ ਪੁੱਛੇ ਗਏ ਸੀ ਉਹ ਆਪਣੇ ਪੁੱਛੇ ਗਏ ਸੀ ਬੁੱਕਸ ਤੋਂ, ਜੋ ਉਸ ਟਾਈਮ ਦੀਆਂ ਗਵਰਨਮੈਂਟ ਸਕੀਮਸ ਸੀਗੀਆਂ। ਠੀਕ ਹੈ, ਇੰਪੋਰਟੈਂਟ ਜੋ ਗੇਮਸ ਹੋਈਆਂ ਨੇ, ਕਿਉਂਕਿ ਹੁਣ ਆਪਾਂ ਨੂੰ ਪਤਾ ਕਿ ਇਸ ਸਾਲ ਵੀ ਬਹੁਤ ਸਾਰੀਆਂ ਗੇਮਸ ਹੋਈਆਂ ਨੇ। ਜੋ ਸਮਿਟਸ ਹੁੰਦੇ ਨੇ ਉਹਨਾਂ ਤੇ ਵੀ, ਜਿਵੇਂ ਕੁਆਡਸ ਦਾ ਸਮਿਟ ਹੋਇਆ ਸੀਗਾ। ਠੀਕ ਹੈ, ਨੈਸ਼ਨਲ ਪਾਰਕਸ ਵਗੈਰਾ, ਅਵਾਰਡਸ, ਫੈਸਟੀਵਲ, ਕਿਉਂਕਿ ਇਸ ਟਾਈਮ ਫੈਸਟੀਵਲ ਦਾ ਸੀਜ਼ਨ ਚੱਲ ਰਿਹਾ ਤਾਂ ਫੈਸਟੀਵਲ ਤੇ ਵੀ ਆਪਾਂ ਨੂੰ ਤੋਂ ਬਹੁਤ ਸਾਰੇ ਕੁਐਸਚਨ ਪੁੱਛੇ ਜਾ ਸਕਦੇ ਨੇ। ਵੈਲਫੇਅਰ ਸਕੀਮਸ ਫॉर ਵੂਮਨਸ, ਠੀਕ ਹੈ, ਨੈਸ਼ਨਲ ਇੰਸਟੀਟਿਊਟਸ ਕਿਹੜੇ ਨੇ, ਇੰਪੋਰਟੈਂਟ ਡੇਜ਼ ਤੇ ਬਹੁਤ ਸਾਰੇ ਕੁਐਸਚਨ ਪੁੱਛੇ ਜਾਂਦੇ ਨੇ। ਠੀਕ ਹੈ, ਤੇ ਇਹ ਤੁਹਾਡੇ ਸਾਹਮਣੇ ਕੀ ਸਿਲੇਬਸ ਮੈंने ਮੈਂਸ਼ਨ ਕੀਤਾ ਹੈ ਜੋ ਕਿ ਪ੍ਰੀਵੀਅਸ ਈਅਰ ਕੁਐਸਚਨ ਪੇਪਰ ਦੇ ਹਿਸਾਬ ਨਾਲ ਪੁੱਛਿਆ ਗਿਆ ਸੀਗਾ। ਤਾਂ ਇਸ ਤੋਂ ਇਲਾਵਾ ਕਰੰਟ ਅਫੇਅਰਸ ਦੇ ਬਹੁਤ ਸਾਰੇ ਕੁਐਸਚਨ ਪੁੱਛੇ ਗਏ ਸੀਗੇ ਜੋ ਕਿ ਸੋਨੇ ਕੀ ਕਰਨਾ ਹੋਣਾ 6 ਮੰਥ ਦੇ ਐਗਜ਼ਾਮ ਜੋ ਡੇਟ ਹੋਗੀ ਉਸ ਤੋਂ 6th ਮੰਥ ਦੇ ਤੁਸੀਂ ਕਰੰਟ ਅਫੇਅਰ ਯਾਦ ਕਰਨੇ ਨੇ। ਤਾਂ ਜਿਹੜੇ ਲਾਸਟ 3 ਮੰਥ ਦੇ ਹੋਣਗੇ, ਠੀਕ ਹੈ, ਜਿਵੇਂ ਸਤੰਬਰ, ਅਕਤੂਬਰ, ਨਵੰਬਰ, ਮੰਨ ਲਓ ਨਵੰਬਰ ਦੇ ਵਿੱਚ ਤੁਹਾਡਾ ਐਗਜ਼ਾਮ ਹੋਣਾ ਤਾਂ ਅਗਸਤ, ਸਤੰਬਰ, ਅਕਤੂਬਰ ਤੇ ਨਵੰਬਰ। ਠੀਕ ਹੈ, ਇਹ ਜੋ 3-3.5 ਮਹੀਨੇ ਦੇ ਕਰੰਟ ਅਫੇਅਰ ਨੇ ਇਹ ਤੁਸੀਂ ਚੰਗੀ ਤਰ੍ਹਾਂ ਰੱਟ ਕੇ ਜਾਣੇ ਆ। ਲੇਕਿਨ ਉਸ ਤੋਂ ਪਿਛਲੇ ਜੋ 3 ਮਹੀਨੇ ਦੇ ਕਰੰਟ ਅਫੇਅਰ ਹੋਣਗੇ ਤਾਂ ਟੋਟਲ ਤੁਹਾਡੇ ਕੋਲ 6 ਮਹੀਨੇ ਦੇ ਕਰੰਟ ਅਫੇਅਰ ਹੋ ਗਏ। ਤਾਂ ਪਿਛਲੇ ਜੋ 3 ਮਹੀਨੇ ਦੇ ਹੋਣਗੇ ਉਹ ਤੁਸੀਂ ਦੇਖ ਕੇ ਥੋੜਾ ਬਹੁਤ ਪੜ੍ਹ ਲਿਓ, ਠੀਕ ਹੈ, ਰਿਵਾਈਜ਼ ਕਰ ਲਿਓ। ਲੇਕਿਨ ਜੋ ਲਾਸਟ 3 ਮੰਥ ਦੇ ਹੋਣਗੇ ਅਗਸਤ, ਸਤੰਬਰ ਤੇ ਅਕਤੂਬਰ, ਇਹਨਾਂ ਨੂੰ ਚੰਗੀ ਤਰ੍ਹਾਂ ਤੁਸੀਂ ਕੀ ਕਰਨਾ, ਰੱਟ ਕੇ ਜਾਣਾ, ਕਿਉਂਕਿ ਮੈਜੋਰਿਟੀ ਆਫ ਕੁਐਸਚਨ ਤੁਹਾਡੇ ਇਸ ਤੋਂ ਹੀ ਪੁੱਛੇ ਜਾਣਗੇ। ਲੇਕਿਨ ਤੁਸੀਂ ਚਾਂਸ ਨਹੀਂ ਲੈਣਾ, ਹੋ ਸਕਦਾ ਕਿ ਤੁਹਾਨੂੰ ਪਿਛਲੇ 3 ਮਹੀਨਿਆਂ ਤੋਂ ਵੀ ਕੁਐਸਚਨ ਪੁੱਛ ਲੈਣ। ਠੀਕ ਹੈ, ਇਸ ਦੇ ਵਿੱਚ ਕੀ ਪੁੱਛਦੇ ਨੇ, ਕਰੰਟ ਅਫੇਅਰ ਤੋਂ ਬੁੱਕਸ ਵਗੈਰਾ ਪੁੱਛ ਸਕਦੇ ਨੇ, ਜੋ ਇੰਪੋਰਟੈਂਟ ਸਮਿਟਸ ਹੋਈਆਂ ਨੇ, ਜੋ ਨਿਊਜ਼ ਦੇ ਵਿੱਚ ਮੋਨੂਮੈਂਟਸ ਸੀਗੇ। ਠੀਕ ਹੈ, ਉਹ ਚੀਜ਼ਾਂ ਤੁਸੀਂ ਯਾਦ ਰੱਖਣੀਆਂ ਨੇ। ਦੇਖੋ, ਇੰਪੋਰਟੈਂਟ ਡੇਜ਼ ਉਹਨਾਂ ਦੇ ਥੀਮਸ ਤੁਸੀਂ ਯਾਦ ਕਰਕੇ ਜਾਣੇ ਨੇ। ਠੀਕ ਹੈ, ਜੋ ਵੀ ਨਿਊਜ਼ ਦੇ ਵਿੱਚ ਬਹੁਤ ਇੰਪੋਰਟੈਂਟ ਹੁੰਦਾ ਉਸ ਤੁਸੀਂ ਯਾਦ ਕਰਕੇ ਜਾਣਾ, ਕਿਉਂਕਿ ਆਪਾਂ ਨੂੰ ਪਤਾ ਹੁੰਦਾ ਕਿਹੜੀ ਸਕੀਮ ਲਾਗੂ ਕੀਤੀ ਹੈ, ਉਹ ਚੀਜ਼ਾਂ ਆਪਾਂ ਯਾਦ ਕਰਕੇ ਜਾਣੀਆਂ ਨੇ। ਤੇ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜਰਨਲ ਨੌਲੇਜ। ਦੇਖੋ, ਜਰਨਲ ਨੌਲੇਜ ਨੂੰ ਤੁਸੀਂ ਇੰਨੀ ਪ੍ਰਾਇੋਰਟੀ ਨਹੀਂ ਦੇਣੀ। ਮੈਂ ਨਹੀਂ ਕਹਿੰਦਾ ਕਿ ਇਹਨੂੰ ਯਾਦ ਕਰਕੇ ਨਹੀਂ ਜਾਣਾ ਤੁਸੀਂ, ਪਰ ਇਸ ਨੂੰ ਜ਼ਿਆਦਾ ਪ੍ਰਾਇੋਰਟੀ ਨਹੀਂ ਦੇਣੀ। ਇਸ ਨੂੰ ਤੁਸੀਂ ਲਾਸਟ ਦੇ ਵਿੱਚ ਰੱਖਣਾ। ਜਦ ਤੁਹਾਡਾ ਕਰੰਟ ਅਫੇਅਰ ਹੋ ਗਿਆ, ਤੁਹਾਡਾ ਸਟੈਟਿਕ ਜੀਕੇ ਹੋ ਗਿਆ, ਤੁਹਾਡਾ ਮੈਥ ਰੀਜ਼ਨਿੰਗ ਹੋ ਗਿਆ, ਤੁਹਾਡਾ ਕੰਪਿਊਟਰ ਹੋ ਗਿਆ, ਤੁਹਾਡਾ ਇੰਗਲਿਸ਼ ਹੋ ਗਿਆ। ਠੀਕ ਹੈ, ਤੁਸੀਂ ਆਪਦੇ 19 ਮਾਰਕਸ ਪੱਕੇ ਕਰ ਲਏ। ਉਸ ਤੋਂ ਬਾਅਦ ਜਿਹੜੇ ਆਹ 10 ਨੰਬਰਾਂ ਵਾਸਤੇ ਤੁਸੀਂ ਇੰਨੀ ਮਿਹਨਤ ਕਰਨੀ ਹੈ, ਕਿਉਂਕਿ ਹਿਸਟਰੀ ਕੋਈ ਛੋਟੀ ਮੋਟੀ ਚੀਜ਼ ਨਹੀਂ ਹੈਗੀ, ਬਹੁਤ ਵਾਸਟ ਹੈ। ਇਸ ਦੇ ਵਿੱਚ ਬਹੁਤ ਜ਼ਿਆਦਾ ਸਿਲੇਬਸ ਹੈ। ਸਾਇੰਸ ਦੇ ਵਿੱਚ ਬਹੁਤ ਕੁਝ ਆ ਜਾਂਦਾ ਹੈ, ਫਿਜ਼ਿਕਸ ਆ ਜਾਂਦੀ ਹੈ, ਕੈਮਿਸਟਰੀ ਆ ਜਾਂਦੀ ਹੈ, ਬਾਇਓ ਆ ਜਾਂਦੀ ਹੈ, ਇਹ ਵੀ ਬਹੁਤ ਜ਼ਿਆਦਾ ਹੋ ਜਾਂਦਾ। ਠੀਕ ਹੈ, ਜਿਓਗ੍ਰਾਫੀ ਆਪਣੇ ਕੋਲ ਇੰਡੀਆ ਦੀ, ਪੰਜਾਬ ਦੀ, ਇਹ ਵੀ ਬਹੁਤ ਜ਼ਿਆਦਾ ਹੋ ਜਾਂਦਾ। ਪੋਲਿਟੀ ਬਹੁਤ ਜ਼ਿਆਦਾ ਹੋ ਜਾਂਦੀ ਹੈ, ਇਨਵਾਇਰਨਮੈਂਟ, ਆਰਟ ਐਂਡ ਕਲਚਰ ਦੇ ਵਿੱਚ ਬਹੁਤ ਜ਼ਿਆਦਾ ਆ ਜਾਂਦਾ। ਚਲੋ, ਇਹ ਸਟੈਟਿਕ ਜੀਕੇ ਦਾ ਵੀ ਪਾਰਟ ਹੋ ਜਾਂਦਾ। ਠੀਕ ਹੈ, ਸਟੈਟਿਕ ਜੀਕੇ 'ਚ ਆ ਜਾਂਦਾ ਹੈ। ਇਕਨੋਮੀ ਆਪਣੇ ਬਹੁਤ ਵਾਸਟ ਹੋ ਜਾਂਦੀ ਹੈ। ਤਾਂ ਇਹ ਜਿਹੜੀ ਜਰਨਲ ਨੌਲੇਜ ਹੁੰਦੀ ਹੈ ਬਹੁਤ ਵਾਸਟ ਸਬਜੈਕਟ ਆ। ਆਪਾਂ ਇਸ ਨੂੰ ਪਹਿਲਾਂ ਸ਼ੁਰੂ ਨਹੀਂ ਕਰ ਸਕਦੇ, ਕਿਉਂਕਿ ਦੇਖੋ ਆਪਣੇ ਕੋਲ ਕਿੰਨਾ ਟਾਈਮ ਬਚਿਆ। ਆਪਾਂ ਕਹਿ ਸਕਦੇ ਹਾਂ ਕਿ ਆਪਣੇ ਕੋਲ 40 ਕੁ ਦਿਨ ਬਚੇ ਨੇ। ਠੀਕ ਹੈ, ਕੁਝ ਤਿਉਹਾਰ ਆ ਜਾਂਦੇ ਨੇ, ਕੁਝ ਵਿਆਹ ਆ ਜਾਂਦੇ ਨੇ, ਕੁਝ ਸ਼ਾਦੀਆਂ ਆ ਜਾਂਦੀਆਂ, ਕੁਝ ਨਾ ਕੁਝ ਆਉਂਦਾ ਰਹਿੰਦਾ। ਤਾਂ ਆਪਾਂ ਮੰਨ ਕੇ ਚੱਲਦੇ ਹਾਂ ਕਿ ਸਿਰਫ ਆਪਣੇ ਕੋਲ 30 ਡੇਜ਼ ਨੇ।
ठीक है मैक्सिमम अपने को 30 डेज ने, तो जे आप इस पर फोकस करन लग गए तो 20 दिन तो 20 तो लेके मैंने 25 दिन तुम इसे कट दोगे। ठीक है तो पहला इसनों फोकस ना करो, पहला पॉलिटी हिस्ट्री वगैरह ना करन बह जाओ, तो सब तो पहला जो फोकस तुम करना है सब तो पहला बैठ जाओ अपने स्टैटिक जीके पढ़ने वास्ते, फिर उस तो बाद अपने करंट अफेयर में पहला इन्हों रट लो, इंपोर्टेंट डेज ने वो रट लो। ये चीज़ां जब थोड़ियां रटियां गई उसनों पता लग गया कि हाँ ये मेरा पूरा है, उस तो बाद जो थोड़ा नैक्सट टारगेट होना चाहिए वो होना चाहिए अपना जरनल नॉलेज का। ठीक है लेकिन इस तो पहला ठीक है जरनल नॉलेज का भी इस तो बाद नहीं होना चाहिए, इस तो पहला तुसीं की करना अपना मैथ रीजनिंग इंग्लिश ते कंप्यूटर पक्का करना है। ਹੁਣ देखो आप गल करते हैं मैथ के न्यूमैरिकल एप्टीट्यूड के किस तरीके के क्वेश्चन पूछे गए थे। देखो इस नॉर्मली आपको पता है कि बोट एंड स्ट्रीम, रेशो प्रपोर्शन, कंपाउंड इंटरस्ट, सिंपल इंटरस्ट, HCF LCM, परसेंटेज, प्रॉब्लम एज। ठीक है ये अपने बेसिक जो मैथ के क्वेश्चन ने, ठीक है मैथ के टॉपिक ने जो कि आपको पता है कि इस क्वेश्चन पूछे जाते हैं। जिवें हो सकता है कि कंपाउंड इंटरस्ट के तुहानूं एक क्वेश्चन आ जाए, ठीक है बोट एंड स्ट्रीम के तुहानूं एक क्वेश्चन आ सकता है, एलीगेशन मिक्सचर चो एक क्वेश्चन पा दें, एवरेज चो एक क्वेश्चन पा दें, तो अपने ये जो 25 नंबर का मैथ आऊगा तो आप मान के चल सकते कि 10 नंबर का मिसलीनियस मैथ आऊगा अपने को, जिद एवरेज, एलीगेशन, बोट एंड स्ट्रीम, ठीक है रेशो प्रपोर्शन, पाइप एंड सिस्टम, पार्टनरशिप, इस तरीके के क्वेश्चन पूछे जाते हैं। लेकिन इन्होंने जो प्रीवियस ईयर क्वेश्चन पेपर के एलजैवरा, ठीक है एलजैवरा तो बहुत सारे क्वेश्चन पूछे गए थे। एलजैवरा की होंगे जिमें कि आपको एक्स वाई की वैल्यू कढ़नी होंगी है, क्वाड्स होंगे ने मतलब इक्वेशनस होंगे, क्वाड्रेटिक इक्वेशनस होंगे ने, वो सारियां अपने कि आ जाते हैं एलजैवरा के आ जाते हैं। इस तो इलावा ज्योमैट्री के बहुत सारे क्वेश्चन पूछे गए हैं। ठीक है ट्रिग्नोमैट्री जिहदे साइन कोट, ठीक है एंगल थीटा वगैरह आ जाता वो अपने आ जाते हैं ट्रिग्नोमैट्री के। नंबर सीरीज़ के बहुत सारे क्वेश्चन पूछे गए हैं जिहदे आप नैक्सट नंबर दसना होंदा है या मिसिंग नंबर लभना होंदा है, सिंपलीफिकेशन के बहुत सारे क्वेश्चन पूछे गए थे। ठीक है तो तुसी पूरा मतलब इन्होंने कोई सिलेबस आपको मैंशन नहीं कराया, लेकिन आपको एक आइडिया हो जाता कि आप सब कुछ करके जाना है, कुछ भी नहीं छड़ के जाना। ठीक है हर एक चीज़ आप करके जानी है। इस तो इलावा इन्होंने सिलोजिज्म के बहुत सारे क्वेश्चन पूछ रखे हैं। सिलोजिज्म के जो तुम प्रीवियस क्वेश्चन देखोगे तो 2-3 क्वेश्चन तो पा रखे ने सिलोजिज्म के, आने ही आने ने। ठीक है तो ये कुछ टॉपिक ने जिन्होंने तुम लिख सकते हो, ठीक है स्क्रीनशॉट ले सकते हो जो कि तुहाडे पेपर वास्ते इंपोर्टेंट ने। ठीक है इस तो इलावा देखो मैंसुरेशन, वॉल्यूम ते सरफेस एरिया के बहुत सारे क्वेश्चन पूछे गए थे। ठीक है हुण आपां अगे वधदे हां। ओके इस तो बाद आपां गल करते हैं लॉजिकल रीजनिंग की। देखो लॉजिकल रीजनिंग के विचों अल्फा न्यूमैरिकल सीरीज़ पूछी गई थी। अल्फा न्यूमैरिकल सीरीज़ मतलब कि मान लो A1 B2 C3 इस तरीके आपां पूछा गया जिहदे अल्फाबैट भी ने ते नंबरस भी ने। ठीक है उन्होंने की कहते हैं अल्फा न्यूमैरिकल सीरीज़ कहा जाता है। ठीक है इस तो बाद रीजनिंग रीजनिंग एनालॉगी। रीजनिंग एनालॉगी किहड़ी हुंदी है जिवें आपां नूं कहा जाता है कि देखो अपनी यूनीवर्स दे विच की है सन आंदा है, सन किहदे विच आंदा है यूनीवर्स दे विच आंदा है, दसो कमरे दे विच की आऊगा तो इत्थे की होगा रूम आऊगा। ठीक है गड्डी आऊगी तो आप कितने लगाना टिक लगाना रूम आऊगा। ठीक है जिवें यूनीवर्स के सन आंदा तो कमरे में की आऊगा रूम आऊगा। तो इस तरीके के क्वेश्चन पूछे जाते हैं, वो अपनी रीजनिंग एनालॉगी आ जाती है। इस तो इलावा ब्लड रिलेशन के 2-3 क्वेश्चन मैंने देखे, ब्लड रिलेशन के क्वेश्चन पूछे गए थे। कैलेंडर का क्वेश्चन, क्लॉक का क्वेश्चन, एक क्वेश्चन कैलेंडर का, एक क्वेश्चन अपना क्लॉक का पूछा गया थी। डी कोडिंग के आपको बहुत सारे क्वेश्चन थी, 2 तो लेकर 3 क्वेश्चन कोडिंग डी कोडिंग के पूछे गए थे। डाइसिस के बहुत सारे क्वेश्चन थे जिहदे इस तरीके डाइस होंगे अपने को। ठीक है अपन डाइस दे रखा होगा तो इतने मान लो नंबर है 2 3 4 पूछा जाऊगा कि 2 के पीछे केड़ा नंबर है, इस तरीके 3-4 डाइस दे रखे होंगे ने। ठीक है डायरेक्शन के बहुत सारे क्वेश्चन थे अपन एंगल्स के भी थे तो नंबर्स के भी थे। ठीक है एंगल्स मतलब 30 डिग्री टर्न कर गया राइट में, 40 डिग्री लैफ्ट में टर्न कर गया, या अपन कह सकते हैं सज्जे मुड़ गया खब्बे मुड़ गया। तो दोनों तरह के डायरेक्शन के क्वेश्चन पूछे गए थे। वैन डायग्राम के क्वेश्चन थी। वैन डायग्राम मतलब कि मैं देखो एक ही है मतलब एक पासे थोड़ा ग्रैंड फादर है, ठीक है एक पासे थोड़ा फादर है एक पासे तुसी हो, तो इस वैन डायग्राम की बनूगा ग्रैंड फादर थोड़े रिलेशन के हिसाब नाल ग्रैंड फादर फादर ते तुसी। ठीक है इस तरीके बना सकते हो, या फिर तुम कह सकते हो भी आह की आ गया इंडिया आ गया, इंडिया के पंजाब आ गया, ठीक है पंजाब के पटियाला आ गया। ठीक है इस तरीके का वैन डायग्राम तुम बना सकते हो। तो इस तरीके के वैन डायग्राम रिलेशन फाइंड करने वास्ते पूछे जाते हैं। तो अल्फाबैटिक सीरीज़ भी होंगी है, एक थी अल्फा न्यूमैरिकल सीरीज़ थी, एक अपनी अल्फाबैटिक सीरीज़ होंगी। अल्फाबैटिक सीरीज़ की होंगे ठीक है अल्फाबैट्स होंगे ने जिमें आपको कहेंगे ABCDEF GHI, उस तो बाद पूछ लेंगे की आऊगा तो JKL आऊगा। ठीक है इस तरीके से पूछे जाते हैं। पजल्स का आपको पता है एक ना क्वेश्चन पक्का आना पजल के वास्ते। ठीक है जिमें बॉक्स अपन पूछ सकते हैं, बॉक्स के सीटिंग अरेंजमेंट पूछ सकते हैं। ठीक है ऑर्डर एंड रैंकिंग पूछ सकते हैं। तो यही चीज़ा तुम याद करके स्टेटमेंट के बहुत सारे क्वेश्चन थे, स्टेटमेंट अजम्पशन तो स्टेटमेंट कनक्लूजन के। ठीक है इस पर बहुत सारे क्वेश्चन पूछे गए, तकरीबन 2-3 क्वेश्चन उन्होंने देखने को मिल जाएंगे स्टेटमेंट के। स्टेटमेंट दी हुई है तो आप दसना भी इन्होंने कि कनक्लूजन सही होगी। ठीक है इतने मैं कोई सिलोजिज्म की गल नहीं कर रहा,
ठीक है। सिलोजिज्म ਨੂੰ ਤੇ ਇਸ ਨੂੰ ਮਿਕਸ ਨਾ ਕਰਿਓ। ਇਹ ਸਟੇਟਮੈਂਟ ਮੈਂ ਗੱਲ ਕਰ ਰਿਹਾ ਜਿਵੇਂ ਬੋਟ ਐਂਡ ਸਟ੍ਰੀਪ ਤੇ ਸਟੇਟਮੈਂਟ ਪਾ ਸਕਦੇ ਨੇ ਇਹ, ਠੀਕ ਹੈ, ਟਾਈਮ ਐਂਡ ਵਰਕ ਵਗੈਰਾ, ਉਹ ਸਟੇਟਮੈਂਟ ਦੀ ਗੱਲ ਕਰ ਰਿਹਾ, ਠੀਕ ਹੈ। ਇਸ ਤਰੀਕੇ ਦੀ ਸਟੇਟਮੈਂਟ ਕਨਕਲੂਜਨ ਪੁੱਛ ਸਕਦੇ ਨੇ, ਠੀਕ ਹੈ, ਮੈਥ ਵਾਸਤੇ। ਜੇ ਰੀਜ਼ਨਿੰਗ ਵਾਸਤੇ ਦੇਖਣਾ, ਮੈਂ ਰੀਜ਼ਨਿੰਗ ਦੇ ਵਿੱਚ ਤੁਹਾਨੂੰ ਪੁੱਛ ਸਕਦੇ ਨੇ ਕੋਈ ਸਟੋਰੀ ਦੱਸ ਸਕਦੇ ਨੇ ਵੀ ਮੰਨ ਲਓ ਰਾਮ ਸ਼ਾਮ ਨੂੰ ਜਾਣਦਾ ਹੈ ਤੇ ਰਾਮ ਇੰਪਲੋਏ ਹੈ, ਰਾਮ ਸ਼ਾਮ ਨੂੰ ਜਾਣਦਾ ਹੈ, ਰਾਮ ਇੰਪਲੋਏ ਹੈ ਕਿ ਸ਼ਾਮ ਵੀ ਇੰਪਲੋਏ ਹੈ, ਤਾਂ ਇਹਦੇ ਵਿੱਚ ਕੋਈ ਰਿਲੇਸ਼ਨ ਨਹੀਂ ਦਿੱਤਾ ਹੋਇਆ ਤਾਂ ਆਪਾਂ ਕਨਕਲੂਜਨ ਨਹੀਂ ਕੱਢ ਸਕਦੇ। ਤਾਂ ਇਸ ਤਰੀਕੇ ਦੇ ਤੁਹਾਨੂੰ ਸਟੇਟਮੈਂਟ ਤੇ ਕਨਕਲੂਜਨ ਵੀ ਪੁੱਛੇ ਜਾ ਸਕਦੇ ਨੇ, ਠੀਕ ਹੈ। ਇਨਪੁਟ ਆਊਟਪੁੱਟ ਦਾ ਕੋਈ ਕੁਐਸਚਨ ਹੈ ਨਹੀਂਗਾ, ਪਰ ਇਹ ਤੁਹਾਨੂੰ ਪੁੱਛਿਆ ਜਾ ਸਕਦਾ, ਠੀਕ ਹੈ। ਇਸ ਨੂੰ ਵੀ ਤੁਸੀਂ ਦੇਖ ਸਕਦੇ ਹੋ। ਓਕੇ, ਹੁਣ ਗੱਲ ਆਪਾਂ ਕਰਦੇ ਹਾਂ ਕੰਪਿਊਟਰ ਦੀ। ਦੇਖੋ, ਜਦ ਪ੍ਰੀਵੀਅਸ ਈਅਰ ਕੁਐਸਚਨ ਪੇਪਰ ਦੇਖੇ ਮੈਨੇ ਕੰਪਿਊਟਰ ਦੇ ਰਿਲੇਟਡ, ਤਾਂ ਉਸ ਦੇ ਵਿੱਚੋਂ ਸਭ ਤੋਂ ਜ਼ਿਆਦਾ ਕੁਐਸਚਨ ਇਹਨਾਂ ਨੇ ਮਾਈਕਰੋਸਾਫਟ ਆਫਿਸ ਦੇ ਪੁੱਛੇ ਗਏ ਸੀ। MS ਵਰਡ, ਪਾਵਰ ਪੁਆਇੰਟ, ਐਕਸਲ ਵਗੈਰਾ, ਇਸ ਤੇ ਬਹੁਤ ਸਾਰੇ ਕੁਐਸਚਨ ਸੀ। ਇਹਨਾਂ ਨੇ ਸ਼ਾਰਟਕਟ ਪੁੱਛੇ ਗਏ ਸੀਗੇ, ਇਹਨਾਂ ਦੇ ਐਬਰੀਵੀਏਸ਼ਨ ਪੁੱਛੇ ਗਏ ਸੀਗੇ, ਠੀਕ ਹੈ। ਇਹਨਾਂ ਦੇ ਰਿਲੇਟਡ ਬਹੁਤ ਸਾਰੇ ਹੋਰ ਕੁਐਸਚਨ ਬਣਦੇ ਨੇ, ਇਹਨਾਂ ਦੀ ਆਪਾਂ ਮੈਮਰੀਜ਼ ਵਗੈਰਾ ਕਿ ਕਿੰਨੀ ਮੈਮਰੀ ਸਟੋਰ ਕਰ ਸਕਦੇ ਹਾਂ, ਠੀਕ ਹੈ। ਇਸ ਤਰੀਕੇ ਦੇ ਰਿਲੇਟਡ ਕੁਐਸਚਨ ਪੁੱਛੇ ਗਏ ਸੀ। ਇਹਨਾਂ ਦੇ ਫੌਂਟ ਸਾਈਜ਼ ਤੇ ਕੁਐਸਚਨ ਪੁੱਛੇ ਗਏ ਸੀ, ਠੀਕ ਹੈ। ਤਾਂ ਤੁਸੀਂ ਇਹਨਾਂ ਨੂੰ ਐਗਜ਼ੈਕਟਲੀ ਪੜ੍ਹ ਕੇ ਜਾਣਾ ਹੈ। ਜਿਵੇਂ ਇਸ ਤਰੀਕੇ ਦੇ ਕੁਐਸਚਨ ਪੁੱਛੇ ਜਾਂਦੇ ਨੇ ਕਿ ਫਾਈਲ ਨੂੰ ਜਦ ਤੁਸੀਂ ਓਪਨ ਕਰਦੇ ਹੋ, ਠੀਕ ਹੈ, ਮੰਨ ਲਓ MS ਵਰਡ ਦੇ ਵਿੱਚ ਜਦ ਫਾਈਲ ਨੂੰ ਕਲਿੱਕ ਕਰਦੇ ਹੋ ਤਾਂ ਇਹਨਾਂ ਵਿੱਚੋਂ ਕਿਹੜਾ ਨਹੀਂ ਹੁੰਦਾ, ਕਿਹੜਾ ਟੈਬ ਨਹੀਂ ਹੁੰਦਾ, ਇਸ ਤਰੀਕੇ ਦੇ ਕੁਐਸਚਨ ਪੁੱਛੇ ਗਏ ਸੀਗੇ, ਠੀਕ ਹੈ। ਤਾਂ ਸ਼ਾਰਟਕਟ ਕੀਜ਼, ਕੰਪਿਊਟਰ ਦੀ ਸ਼ਾਰਟਕਟ ਕੀਜ਼ ਪੜ੍ਹ ਕੇ ਜਾਣੀਆਂ, ਐਬਰੀਵੇਸ਼ਨਸ ਵਗੈਰਾ ਪੜ੍ਹ ਕੇ ਜਾਣੀਆਂ ਨੇ, ਠੀਕ ਹੈ। ਹਾਰਡਵੇਅਰ ਐਂਡ ਸੌਫਟਵੇਅਰ ਵਗੈਰਾ ਸਾਰਾ ਪੜ੍ਹ ਕੇ ਜਾਣਾ। ਇੰਟਰਨੈਟ ਤੇ ਰਿਲੇਟਡ ਕੁਐਸਚਨ ਪੁੱਛੇ ਜਾਂਦੇ ਨੇ। ਇਨਪੁਟ ਆਊਟਪੁੱਟ ਡਿਵਾਈਸ ਤੋਂ ਸਭ ਤੋਂ ਜ਼ਿਆਦਾ ਕੁਐਸਚਨ ਸੀ ਤੇ ਮੈਮਰੀ ਤੋਂ, ਠੀਕ ਹੈ। ਸਟੋਰੇਜ ਡਿਵਾਈਸ ਤੇ ਇਨਪੁਟ ਆਊਟਪੁੱਟ ਡਿਵਾਈਸ ਤੋਂ ਇਹਨਾਂ ਤੋਂ ਸਭ ਤੋਂ ਜ਼ਿਆਦਾ ਕੁਐਸਚਨ ਪੁੱਛੇ ਗਏ ਸੀਗੇ। ਕੰਪੋਨੈਂਟ ਆਫ ਕੰਪਿਊਟਰ ਤੇ ਇੰਟਰੋਡਕਸ਼ਨ ਟੂ ਆਪਰੇਟਿੰਗ ਸਿਸਟਮ, ਠੀਕ ਹੈ, ਆਪਰੇਟਿੰਗ ਸਿਸਟਮ ਤੋਂ ਵੀ ਆ ਸਕਦੇ ਨੇ। ਤਾਂ ਰਿਲੇਟਡ ਇਸ ਟੌਪਿਕਸ ਤੋਂ ਸਭ ਤੋਂ ਜ਼ਿਆਦਾ ਕੁਐਸਚਨ ਪੁੱਛੇ ਗਏ ਸੀ। ਬਾਕੀ ਜਿਹੜੇ ਟੌਪਿਕਸ ਨੇ ਉਹ ਵੀ ਤੁਸੀਂ ਕਰ ਸਕਦੇ ਹੋ, ਕਿਉਂਕਿ ਇਹਨਾਂ ਨੇ ਕੋਈ ਸਿਲੇਬਸ ਨਹੀਂ ਦਿੱਤਾ ਹੋਇਆ, ਤਾਂ ਤੁਹਾਡੇ ਕੋਲ ਕੋਈ ਐਕਸਕਿਊਜ਼ ਨਹੀਂ ਹੈਗਾ। ਤੁਸੀਂ ਇਹ ਨਹੀਂ ਕਹਿ ਸਕਦੇ ਵੀ ਇਹ ਕਿੱਥੋਂ ਪਤਾ ਹੈ ਤਾਂ ਸਿਲੇਬਸ ਨਹੀਂ ਹੈਗਾ, ਕਿਉਂਕਿ ਉਹ ਕਹਿਣਗੇ ਕਿ ਅਸੀਂ ਤਾਂ ਸਿਲੇਬਸ ਦੱਸਿਆ ਨਹੀਂ, ਤਾਂ ਸਿਰਫ ਐਂ ਕਿਹਾ ਸੀ ਕੰਪਿਊਟਰ। ਤਾਂ ਕੰਪਿਊਟਰ ਦਾ ਮਤਲਬ ਕੀ ਹੁੰਦਾ? ਕੰਪਿਊਟਰ ਸਾਰਾ ਕੁਝ, ਠੀਕ ਹੈ। ਤਾਂ ਤੁਸੀਂ ਉਹ ਨਹੀਂ ਕਰ ਸਕਦੇ। ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਸਿਲੇਬਸ ਦਾ ਮਤਲਬ ਇਹ ਹੁੰਦਾ ਕਿ ਸਭ ਤੋਂ ਪਹਿਲਾਂ ਪ੍ਰਾਇੋਰਟੀ ਤੁਸੀਂ ਉਸ ਟੌਪਿਕ ਨੂੰ ਦੇਣੀ ਹੈ ਜੋ ਮੈਂ ਤੁਹਾਨੂੰ ਦੱਸ ਰਿਹਾ। ਫਿਰ ਤੁਹਾਡੇ ਕੋਲ ਟਾਈਮ ਬਚਦਾ ਜੋ ਕਿ ਤੁਹਾਡੇ ਕੋਲ ਨਹੀਂ ਬਚਣਾ ਜੇ ਤੁਸੀਂ ਹੁਣੀ ਤਿਆਰੀ ਕਰ ਰਹੇ ਹੋ। ਜੇ ਕਰ ਰੱਖੀ ਹੈ ਫਿਰ ਤਾਂ ਤੁਸੀਂ ਕਰ ਹੀ ਰੱਖਿਆ, ਸਾਰਾ ਕੁਝ ਪੜ੍ਹ ਰੱਖਿਆ। ਜੇ ਤੁਸੀਂ ਨਹੀਂ ਕੀਤੀ ਹੋਈ ਤਾਂ ਪ੍ਰਾਇੋਰਟੀ ਪਹਿਲਾਂ ਇਹਨੂੰ ਦਿਓ, ਕਿਉਂਕਿ ਫਿਰ ਇੰਨਾ ਟਾਈਮ ਤਾਂ ਆਪਣੇ ਕੋਲ ਹੋਣਾ ਨਹੀਂ। ਜੇ ਮੈਂ ਤੁਹਾਨੂੰ ਗਾਰੰਟੀ ਦਿੰਦਾ ਜੇ ਹੁਣ ਵੀ ਤੁਸੀਂ ਸਾਰੇ ਟੌਪਿਕ ਨੂੰ ਕਰਨ ਬਹਿ ਜਾਓ ਨਾ ਤਾਂ ਵੀ ਤੁਹਾਡੇ 20 ਤੋਂ ਲੈ ਕੇ 30 ਦਿਨ ਲੱਗ ਜਾਣਗੇ। ਸਾਰਾ ਟੌਪਿਕ ਕਰਦੇ ਰਿਵਾਈਜ਼ ਨਹੀਂ ਹੋਣਾ। ਬਸ ਕਰਦੇ ਮੈਂ ਕਹਿ ਰਿਹਾ ਰਿਵਾਈਜ਼ ਕਰਨ ਵਾਸਤੇ ਤੁਹਾਨੂੰ ਅਲੱਗ ਤੋਂ 15 ਦਿਨ ਚਾਹੀਦੇ ਹੋਣਗੇ, ਪਰ ਸਿਰਫ ਯਾਦ ਕਰਦੇ ਹੀ ਤੁਹਾਨੂੰ 20 ਤੋਂ ਲੈ ਕੇ 30 ਦਿਨ ਲੱਗ ਜਾਣਗੇ, ਠੀਕ ਹੈ। ਮੌਕ ਟੈਸਟ ਤਾਂ ਤੁਸੀਂ ਕਦੋਂ ਦੋਗੇ? ਓਕੇ, ਹੁਣ ਆਪਾਂ ਗੱਲ ਕਰਦੇ ਹਾਂ ਇੰਗਲਿਸ਼ ਦੀ। ਦੇਖੋ, ਇੰਗਲਿਸ਼ ਦੇ ਵਿੱਚ ਜਦ ਪ੍ਰੀਵੀਅਸ ਈਅਰ ਕੁਐਸਚਨ ਪੇਪਰ ਦੇਖੋਗੇ ਤਾਂ ਸਿਰਫ ਗ੍ਰਾਮਰ ਪੁੱਛੀ ਗਈ ਹੈ। ਗ੍ਰਾਮਰ ਦੇ ਰੂਲ ਪੁੱਛੇ ਗਏ ਨੇ, ਟੈਂਸਸ ਵਗੈਰਾ ਪੁੱਛੇ ਗਏ ਨੇ। ਸਭ ਤੋਂ ਜ਼ਿਆਦਾ ਆਰਟੀਕਲਸ ਦੇ ਕੁਐਸਚਨ ਨੇ, ਕਿਤੇ ਏ ਲੱਗੂ, ਕਿਤੇ ਐਨ ਲੱਗੂ, ਕਿਤੇ ਦੀ ਲੱਗੂ, ਠੀਕ ਹੈ। ਪ੍ਰੈਪੋਜੀਸ਼ਨਸ ਤੇ ਬਹੁਤ ਸਾਰੇ ਕੁਐਸਚਨ ਨੇ, ਇਨਟੂ ਲੱਗੂਗਾ, ਕਿਤੇ ਅੰਡਰ ਲੱਗੂਗਾ ਵਗੈਰਾ, ਠੀਕ ਹੈ। ਤਾਂ ਪ੍ਰੈਪੋਜੀਸ਼ਨਸ ਦੀ ਲਿਸਟ ਯਾਦ ਕਰ ਲਿਓ ਕਿ ਇਸ ਵਰਡਸ ਨਾਲ ਪ੍ਰੈਪੋਜੀਸ਼ਨ ਯੂਜ਼ ਹੁੰਦਾ ਹੀ ਹੁੰਦਾ, ਠੀਕ ਹੈ। ਇਸ ਦੇ ਕੋਈ ਰੂਲਸ ਨਹੀਂ ਹੁੰਦੇ। ਦੇਖੋ, ਕੁਛ ਤਾਂ ਹੁੰਦੇ ਨੇ ਰੂਲਸ ਦੇ ਨਾਲ ਯੂਜ਼, ਕੁਛ ਹੁੰਦੇ ਨੇ ਲਿਸਟ ਦੇ ਨਾਲ ਵੀ, ਉਸ ਵਰਡਸ ਦੇ ਨਾਲ ਇਹ ਲੱਗੂਗਾ ਹੀ ਲੱਗੂਗਾ, ਠੀਕ ਹੈ। ਤਾਂ ਉਹ ਵੀ ਤੁਸੀਂ ਯਾਦ ਕਰਕੇ ਜਾਣੇ ਨੇ। ਕੰਜੰਕਸ਼ਨ ਹੋ ਗਿਆ, ਪੈਸਿਵ ਵੌਇਸ ਦੇ ਕੁਐਸਚਨ ਹੈਗੇ ਸੀਗੇ, ਵਨ ਵਰਡ ਸਬਸਟੀਟਿਊਸ਼ਨ, ਠੀਕ ਹੈ। ਇਸ ਦੀ ਤਕਰੀਬਨ 200-300 ਹੁੰਦੇ ਨੇ, ਉਹ ਸਾਰੇ ਵਨ ਵਰਡ ਸਬਸਟੀਟਿਊਸ਼ਨ ਯਾਦ ਕਰਕੇ ਜਾਣੇ ਆ। ਸਿਨੋਨੀਅਮ ਐਂਟੋਨੀਅਮ 100% ਆਪਾਂ ਨੂੰ 2 ਸਿਨੋਨੀਅਮ ਆ ਗਏ, 2 ਐਂਟੋਨੀਅਮ ਆ ਗਏ, ਮਤਲਬ 4-5 ਕੁਐਸਚਨ ਤੁਹਾਡੇ ਸਿਨੋਨੀਅਮ ਐਂਟੋਨੀਅਮਸ ਆਣਗੇ। ਇਹ ਤਾਂ ਤੁਸੀਂ ਕੀ ਕਰ ਸਕਦੇ ਹੋ? ਤਾਂ ਤੁਸੀਂ ਕੁਝ ਨਹੀਂ ਕਰ ਸਕਦੇ। ਇਹ ਤੁਹਾਡੀ ਵੋਕੈਬਲਰੀ ਹੈ, ਤੁਹਾਡੀ ਵੋਕੈਬਲਰੀ ਸਟਰੋਂਗ ਹੈ ਤਾਂ ਕਰ ਲਓਗੇ, ਨਹੀਂ ਹੈਗੀ ਤਾਂ ਨਹੀਂ ਕਰ ਸਕਦੇ। ਇੱਕ ਤਰੀਕਾ ਇਹ ਹੁੰਦਾ ਕਿ ਤੁਸੀਂ ਐਲੀਮੀਨੇਟ ਕਰ ਸਕਦੇ ਹੋ। ਤੁਸੀਂ ਵਰਡ ਦੇਖ ਸਕਦੇ ਹੋ ਕਿ ਜਿਸ ਕਿਸੇ ਦਾ ਨੈਗੇਟਿਵ ਸੈਂਸ ਬਣਦਾ ਹੁੰਦਾ, ਕਿਸੇ ਦਾ ਪੋਜ਼ਿਟਿਵ ਸੈਂਸ ਬਣਦਾ ਹੁੰਦਾ, ਠੀਕ ਹੈ। ਕਿਸੇ ਦੇ ਸੁਫਿਕਸ ਦੇਖ ਸਕਦੇ ਹੋ, ਪ੍ਰਫਿਕਸ ਦੇਖ ਸਕਦੇ ਹੋ। ਇਸ ਤਰੀਕੇ ਦੇ ਕੁਝ ਮੈਥਡਸ ਹੁੰਦੇ ਨੇ, ਬਹੁਤ ਸਾਰੇ ਮੈਥਡ ਹੁੰਦੇ ਨੇ ਵੀ ਜੇ ਤੁਹਾਨੂੰ ਨਹੀਂ ਵੀ ਪਤਾ, ਠੀਕ ਹੈ, ਵੋਕੈਬਲਰੀ ਥੋੜੀ ਸਟਰੋਂਗ ਨਹੀਂ ਵੀ ਹੈਗੀ ਤਾਂ ਵੀ ਤੁਸੀਂ ਐਲੀਮੀਨੇਟ ਮੈਥਡ ਯੂਜ਼ ਕਰਕੇ ਇਸ ਨੂੰ ਸੋਲਵ ਕਰ ਸਕਦੇ ਹੋ, ਠੀਕ ਹੈ। ਈਡੀਅਮ ਫਰੇਜ਼ 100%, 2 ਕੁਐਸਚਨਸ 100%। ਸਪੋਰਟਿੰਗ ਐਰਰ, ਠੀਕ ਹੈ, ਐਰਰ ਦੇ ਵਿੱਚ ਗ੍ਰਾਮਰ ਦੇ ਵਗੈਰਾ ਹੀ ਪੁੱਛੇ ਜਾਣਗੇ ਤਾਂ ਵਰਡਸ ਦੇ ਵਿੱਚ ਪੁੱਛੇ ਜਾ ਸਕਦੇ ਨੇ, ਠੀਕ ਹੈ। ਇਸ ਤੋਂ ਇਲਾਵਾ ਸਪੈਲਿੰਗ ਕਰੈਕਸ਼ਨ, ਇਸ ਤੇ 2-3 ਕੁਐਸਚਨ। ਸਪੈਲਿੰਗ ਪਾਰ ਕੇ ਦੱਸੋ ਇਹਨਾਂ ਵਿੱਚੋਂ ਕਿਹੜਾ ਸਪੈਲਿੰਗ ਸਹੀ ਹੈ, ਠੀਕ ਹੈ। ਜਿਵੇਂ ਮੰਨ ਲਓ ਫੋਰ ਸਿੰਪਲ ਜੇ ਆਪਾਂ ਲੈ ਲੈਣਾ ਕੈਟ ਲੈ ਲਿਆ ਤਾਂ ਮੰਨ ਲਓ ਇਸ ਤਰੀਕੇ ਨਾਲ ਕੈਟ ਪਾ ਦੇਣਗੇ, ਇਸ ਤਰੀਕੇ ਨਾਲ ਪਾ ਦੇਣਗੇ, ਇਸ ਤਰੀਕੇ ਨਾਲ ਪਾ ਦੇਣਗੇ, ਠੀਕ ਹੈ। ਇਸ ਤਰੀਕੇ ਨਾਲ ਪਾਤਾ ਤਾਂ ਇਹ ਵਿੱਚ ਪੁੱਛਣਗੇ ਕਿਹੜੇ ਕੈਟ ਦੇ ਸਹੀ ਸਪੈਲਿੰਗ ਨੇ, ਠੀਕ ਹੈ। ਇਸ ਤਰੀਕੇ ਦੇ ਕੁਐਸਚਨ ਪੁੱਛ ਸਕਦੇ ਨੇ, ਠੀਕ ਹੈ। ਇਸ ਤੋਂ ਬਾਅਦ ਸੈਂਟੈਂਸ ਕਰੈਕਸ਼ਨ, ਠੀਕ ਹੈ। ਸੈਂਟੈਂਸ ਆਪਾਂ ਕਰੈਕਟ ਕਰਨਾ ਵੀ ਕਿਸ ਤਰੀਕੇ ਇਹ ਸਹੀ ਹੈ, ਕਿਹੜਾ ਗਲਤ ਹੈ, ਮਤਲਬ ਇੱਕ ਸੈਂਟੈਂਸ, ਦੂਜਾ ਸੈਂਟੈਂਸ, ਤੀਜਾ, ਚੌਥਾ, ਪੰਜਵਾਂ, ਇਹਨਾਂ ਵਿੱਚੋਂ ਦੱਸੋ ਕਿਹੜਾ ਸੈਂਟੈਂਸ ਸਹੀ ਹੈ। ਆਰਟੀਕਲ ਰੂਲਸ ਤੁਹਾਨੂੰ ਦੱਸਦੇ, ਠੀਕ ਹੈ। ਸਪੀਚ ਦੇ ਰੂਲਸ ਹੁੰਦੇ ਨੇ। ਸੈਂਟੈਂਸ ਰੀਅਰੇਂਜਮੈਂਟ, ਆਹ ਦੇਖੋ ਮੋਸਟ ਇੰਪੋਰਟੈਂਟ, ਇਹਦੇ 2 ਸਟਾਰ ਲਾ ਰਿਹਾ ਮੈਂ, ਠੀਕ ਹੈ। ਸੈਂਟੈਂਸ PQRS, ਇੱਥੇ ਸੈਂਟੈਂਸ ਇੱਥੇ ਦੱਸੋ ਕਿ ਪਹਿਲਾਂ ਕਿਹੜਾ ਹੋਊਗਾ SQRP, ਠੀਕ ਹੈ। ਸੈਂਟੈਂਸ ਦੀ ਅਰੇਂਜਮੈਂਟ ਕਰਨੀ ਹੈ, ਰੀਅਰੇਂਜਮੈਂਟ ਕਰਨੀ ਹੈ, ਉਹਨਾਂ ਨੇ ਅਰੇਂਜਮੈਂਟ ਕਰਕੇ ਤੁਸੀਂ ਰੀਅਰੇਂਜਮੈਂਟ ਕਰਨੀ ਹੈ, ਦੁਬਾਰਾ ਅਰੇਂਜਮੈਂਟ ਕਰਨੀ ਹੈ, ਠੀਕ ਹੈ। ਪੈਰਾਜੰਬਲ, ਠੀਕ ਹੈ। ਇਹ ਕੁਛ ਤੁਹਾਨੂੰ ਮੈਂ ਦੱਸਤਾ, ਪਹਿਲਾਂ ਇਹਨਾਂ 'ਤੇ ਫੋਕਸ ਕਰ ਲਓ, ਠੀਕ ਹੈ। ਜਦ ਇਹ ਹੋ ਗਿਆ ਤਾਂ ਉਸ ਤੋਂ ਬਾਅਦ ਜੋ ਤੁਹਾਡਾ ਸਿਲੇਬਸ ਬਣਦਾ ਉਸ ਨੂੰ ਵੀ ਤੁਸੀਂ ਕਰ ਸਕਦੇ ਹੋ, ਠੀਕ ਹੈ। ਇਸ ਦੀ ਸਕਰੀਨਸ਼ਾਟ ਲੈ ਲਿਓ। ਦੇਖੋ ਮੈਂ ਕਲੀਅਰ ਕਰ ਦੇਣਾ, ਕਲੀਅਰ ਕਰਤਾ। ਜੇ ਇਸ ਦੀ ਸਕਰੀਨਸ਼ਾਟ ਲੈਣੀ ਹੈ ਤਾਂ ਲੈ ਲਓ। ਜੋ ਰੈੱਡ ਕਲਰ ਦੇ ਕੀਤੇ ਉਹਨੇ ਪਹਿਲਾਂ ਇਹਨਾਂ 'ਤੇ ਫੋਕਸ ਕਰੋ, ਬਾਕੀ ਜੋ ਲਿਖੇ ਹੋਏ ਨੇ ਉਹਨਾਂ ਨੂੰ ਬਾਅਦ 'ਚੋਂ ਫੋਕਸ ਕਰ ਲਿਓ, ਠੀਕ ਹੈ।
ओके, इत्थे अपनी ये वीडियो खत्म होंदी है। उम्मीद करता कि तुहानूं कुछ तो समझ लग गया होगा। मैंने बहुत कोशिश की तुहानूं समझाने की डिटेल दे विच। मैंने प्रीवियस ईयर क्वेश्चन पेपर नूं देख के पूरा एनालिसिस किया तो उस तो रिलेटेड मैंने सिलेबस क्रिएट किया। ठीक है, उम्मीद है तुहानूं समझ इस ते लग गई होगी। तो इस तो इलावा जो थोड़े कोई डाउट ने, मैं की करूँगा, देखो नोटिफिकेशन जो आया थी, ऑफिशियल नोटिफिकेशन थी, वो मैं टैलीग्राम चैनल पर पा दूंगा। ठीक है, उसनूं खुद तुसीं रीड करना है, देखना है जो भी थोड़े डाउट ने, नैगेटिव मार्किंग वगैरह, उस पर मैं प्रीवियस ईयर वीडियो बना चुके हैं। फिर भी स्टूडेंट्स के वही सेम डाउट्स होंगे ने, वही सेम क्वेश्चन पूछते हैं। ठीक है, मैं जी ये नोटिफिकेशन है मैं तुहानूं ओल्ड स्कूल जो अपने चैनल का नाम है, वही अपने टैलीग्राम चैनल का नाम है। ठीक है, उस पर मैं पा दूंगा, तुसीं उत्थे डाउनलोड करके इसनूं देख सकते हो। जो भी तुहाडे डाउट्स ने इंग्लिश पंजाबी च आऊगा या नैगेटिव मार्किंग वगैरह जो भी होगी वो तुसीं देख सकते हो। ठीक है, इस तो इलावा जो कोई तुहाडा डाउट फिर भी हैगा तो तुसीं कमेंट बॉक्स में लिख सकते हो। तो लास्ट तक तुहाडा वीडियो देखने का बहुत बहुत शुक्रिया। कल नूं मिलांगे नवें टेस्ट दे नाल। तद तक ध्यान रखो, ख्याल रखो, सुरक्षित रहो। थैंक यू वेरी मच।